ਗੁਰੂ ਨਾਨਕ ਪਦ ਪੰਕਜ ਬੰਧਨ ਪੰਕਜ ਬੰਧਨ ਸਿਮਰੋ ਅੰਗਦ ਦੁਖ ਨਿਕੰਦਨ ਗੁਰੂ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਧਿਆਉ ਸ਼੍ਰੀ ਗੁਰੂ ਰਾਮਦਾਸ ਗੁਣ ਗਾਉ ਗੁਰੂ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਕੇ ਨਾਸ਼ਕ ਸ੍ਰੀ ਹਰਿਗੋਬਿੰਦ ਸੁਮਤ ਪ੍ਰਕਾਸ਼ਕ ਸ੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਸ੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੋ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਮੰਦੋਂ ਬਾਰ ਬਾਰ ਜਗਦੀਸ਼ ਦੇਸਾ ਏਕ ਓੰਕਾਰ ਸਤਿਗੁਰੂ ਇਹ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਗਨ ਬਿਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਗਨ ਬਿਨਾਸਨ ਸੋਏ ਦੋਹਰਾ ਇਸੀ ਰੀਤ ਮਾਚਿਓ ਮਹਾ ਜਗ ਰੌਰਾ ਲਹੂ ਮਾਸ ਤੇ ਦਾਰੁਨ ਕੂਰ ਠੌਰਾ ਮਰੇ ਪੁੰਜ ਬਾਜੀ ਪਰੇ ਖੇਤ ਮਾਹੀ ਲੱਗੇ ਕਾਏ ਘੂਮੇ ਕਨੇ ਤੂਮ ਤਾਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੀ ਪਿਛਲੇ ਪਹਿਰਾਂ ਹਾਜ਼ਰੀਆਂ ਲਵਾ ਰਹੇ ਹੋ। ਆਓ ਪਿਛਲੇ ਪਹਿਰਾਂ ਦੇ ਦੀਵਾਨਾਂ ਦੀ ਆਰੰਭਤਾ ਕਰੀਏ ਜੀ। ਪਿਛਲੇ ਦਿਨੀ ਆਪਾਂ ਵਿਚਾਰਾਂ ਸਰਵਣ ਕਰ ਰਹੇ ਸੀ ਇਤਿਹਾਸ ਦੀਆਂ, ਜੋ ਨਦੌਣ ਦਾ ਜੰਗ ਹੋਇਆ ਭੀਮ ਚੰਦ ਅਲਫ ਖਾਨ ਤੇ ਕਿਰਪਾਲ ਕਟੌਚੀਏ ਦੇ ਵਿੱਚ। ਜੇ ਜੰਗ ਨੇ ਭਿਆਨਕ ਰੂਪ ਧਾਰ ਲਿਆ ਤੇ ਬਹੁਤ ਸਾਰੇ ਮਨੁੱਖ ਜਿਹੜੇ ਹਨ ਕਿਰਪਾਲ ਕਟੌਚੀਏ ਦੇ ਮਾਰੇ ਗਏ ਅਤੇ ਬਹੁਤ ਸਾਰੇ ਭੀਮ ਚੰਦ ਦੇ ਵੀ ਮਾਰੇ ਗਏ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਵੀ ਇਸ ਨੇ ਆਸਰਾ ਲਿਆ। ਸਤਿਗੁਰਾਂ ਨੇ ਆ ਕਰਕੇ ਗੁਰੂ ਪਿਆਰਿਓ ਬਖਸ਼ਿਸ਼ ਕੀਤੀ। ਵਿਜੜ ਵਾਲੀਆ ਦਿਆਲ ਜੋ ਬਹੁਤ ਨੁਕਸਾਨ ਕਰ ਰਿਹਾ ਸੀ, ਉਸ ਦਾ ਖਾਤਮਾ 10ਵੇਂ ਪਾਤਸ਼ਾਹ ਜੀ ਨੇ ਕੀਤਾ। ਹਲੇ ਜੰਗ ਚੱਲ ਰਹੀ ਹੈ। ਆਓ ਇਸ ਜੰਗ ਦਾ ਰਹਿੰਦਾ ਹਾਲ ਆਪਾਂ ਹੁਣ ਆਰੰਭ ਕਰਕੇ ਸਰਵਣ ਕਰਦੇ ਹਾਂ। ਉਸ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਆਪਣੀਆਂ ਤੇ ਦਾਸਾਂ ਦੀਆਂ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੋ ਬੁਲੰਦ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਇਸੀ ਰੀਤ ਮਾਚਿਓ ਮਹਾ ਜੰਗ ਰੌਰਾ। ਇਸ ਤਰ੍ਹਾਂ ਗੁਰੂ ਪਿਆਰਿਓ ਬੜਾ ਭਿਆਨਕ ਜੰਗ ਜਿਹੜਾ ਹੈ ਚੱਲਣ ਲੱਗਿਆ ਹੈ ਜੀ। ਲਹੂ ਮਾਸ ਤੇ ਦਾਰੁਨ ਪੂਰ ਠੌਰਾ। ਔਰ ਜੰਗ ਦੇ ਮੈਦਾਨ ਵਿੱਚ ਬੜਾ ਹੀ ਭਿਆਨਕ ਸਮਾਂ ਬਣ ਗਿਆ ਹੈ। ਔਰ ਜੰਗ ਦਾ ਮੈਦਾਨ ਦੀ ਧਰਤੀ ਜਿਹੜੀ ਹੈ ਲਹੂ ਦੇ ਨਾਲ ਲਾਲ ਹੋ ਗਈ ਹੈ। ਔਰ ਜਗ੍ਹਾ ਜਗ੍ਹਾ ਤੇ ਸੂਰਮਿਆਂ ਦੀਆਂ ਲੱਤਾਂ ਬਾਹਾਂ ਸਿਰ ਆਦਿ ਕੱਟੇ ਪਏ ਹਨ। ਮਾਸਪੁਰੀ ਬਣ ਗਈ ਹੈ, ਜਿਵੇਂ ਬਾਬਾ ਜੀ ਕਹਿੰਦੇ ਆ ਮਾਸਪੁਰੀ ਵਿੱਚ ਆਖ ਮਸੋਲਾ। ਮਰੇ ਪੁੰਜ ਬਾਜੀ ਪਰੇ ਖੇਤ ਮਾਹੀ। ਇਸ ਤਰ੍ਹਾਂ ਬਹੁਤ ਸਾਰੇ ਗੁਰੂ ਪਿਆਰਿਓ ਜਿਹੜੇ ਹਨ ਘੋੜੇ ਮਰ ਕਰਕੇ ਡਿੱਗੇ ਹੋਏ ਹਨ। ਲੱਗੇ ਕਾਏ ਘੂਮੇ ਕਨੇ ਤੂਮ ਤਾਹੀ। ਔਰ ਬਹੁਤ ਸਾਰੇ ਫੌਜੀ ਜ਼ਖਮੀ ਹੋ ਕੇ
ਜਿਹੜੇ ਹਨ ਜੰਗ ਦੇ ਮੈਦਾਨ ਵਿੱਚ ਕਰਾ ਰਹੇ ਹਨ, ਘੁੰਮ ਰਹੇ ਹਨ, ਤੜਫ ਰਹੇ ਹਨ। ਚੌਪਈ ਕਛੁਕ ਧੀਰ ਧਰ ਅਰ ਰਹੇ, ਲਖ ਸ੍ਰੀ ਗੋਬਿੰਦ ਸਿੰਘ। ਔਰ ਗੁਰੂ ਪਿਆਰਿਓ, ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਇਸ ਜੰਗ ਦੇ ਮੈਦਾਨ ਵਿੱਚ ਆਉਣ ਕਰਕੇ ਭੀਮ ਚੰਦ ਦੇ ਫੌਜੀ ਜਿਹੜੇ ਹਨ, ਇਹਨਾਂ ਨੂੰ ਕੁਝ ਧੀਰਜ ਆਇਆ ਹੈ। ਇਹਨਾਂ ਨੇ ਧੀਰਜ ਦੇ ਨਾਲ ਲੜਨਾ ਸ਼ੁਰੂ ਕੀਤਾ ਹੋਇਆ ਹੈ ਜੀ। ਤੀਰਤ ਫੰਗ ਸੁਦਾਸ ਕਾ ਗਰਜੇ ਸ੍ਰੀ ਰਣ ਸਿੰਘ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇੱਕ ਵਾਰੀ ਬੰਦੂਕ ਚਲਾਈ ਹੈ, ਜਿਸ ਨਾਲ ਵਿਜਣ ਵਾਲੀਏ ਨੂੰ ਮਾਰਨਾ ਕੀਤਾ ਹੈ। ਹੁਣ ਉਹ ਖਾਲੀ ਬੰਦੂਕ ਸੇਵਕ ਨੂੰ ਫੜਾ ਦਿੱਤੀ ਹੈ ਤੇ ਫਿਰ ਪਾਤਸ਼ਾਹ ਜੀ ਨੇ ਆਪਣੇ ਮੋਢੇ ਤੋਂ ਕਮਾਨ ਲਾਇਆ ਹੈ ਜੀ। ਧਰ ਚਾਂਪ ਹਾਥ ਹੈ ਕੋ ਫੰਦਾਏ, ਦਿਪਸ ਮੁਖ ਹੋਏ ਕਰ ਜੀਤ ਚਾਏ। ਔਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣਾ ਘੋੜਾ ਹਿਲਾ ਕਰਕੇ ਹੁਣ ਦੁਸ਼ਮਣ ਦੀ ਫੌਜ ਦੇ ਸਾਹਮਣੇ ਕੀਤਾ ਹੈ ਔਰ ਇਹ ਦੁਸ਼ਮਣ ਨੂੰ ਜਿੱਤਣ ਦੇ ਖਿਆਲ ਦੇ ਨਾਲ ਵੱਡੇ ਬੇਗ ਸਾਥ ਭਾਥਾ ਮਝਾਰ, ਕਾਢਿਓ ਖਤੰਗ ਖਰ ਮਨੁ ਮਾਰ। ਔਰ ਪਾਤਸ਼ਾਹ ਜੀ ਨੇ ਬੜੀ ਤੇਜ਼ੀ ਦੇ ਨਾਲ ਜਿਹੜਾ ਹੈ ਆਪਣੇ ਭੱਥੇ ਦੇ ਵਿੱਚੋਂ ਤੀਰ ਕੱਢਿਆ ਹੈ ਔਰ ਚੜਾਇਆ ਹੈ ਉਹਨਾਂ ਨੇ। ਗੁਰੂ ਪਿਆਰਿਓ, ਉਸ ਤੀਰ ਨੂੰ ਆਪਣੇ ਚਾਪ ਦੇ ਵਿੱਚ, ਆਪਣੇ ਕਮਾਨ ਦੇ ਵਿੱਚ ਚੜਾ ਕਰਕੇ ਛੱਡਣਾ ਕੀਤਾ ਹੈ ਜੀ। ਗੁਣ ਵੇਖੈ ਸੰਦ ਕਰ ਤਾਨ ਤਾਨੋ, ਰਿਸ ਧਰ ਵਿਸਾਲ ਮੁਚ ਕੰਤ ਬਾਨ। ਇਸ ਤਰ੍ਹਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਚਿਲੇ ਦੇ ਵਿੱਚ ਤੀਰ ਨੂੰ ਛੱਡ ਕੇ ਚੜਾ ਕਰਕੇ ਬੜੇ ਜੋਸ਼ ਦੇ ਨਾਲ ਖਿੱਚ ਖਿੱਚ ਕੇ ਤੀਰ ਛੱਡਣੇ ਕੀਤੇ ਜੀ। ਤਬ ਗਇਓ ਸ਼ੂਕ ਕਰ ਬੇਗ ਪੂਰ, ਜਿਸ ਪੀਖ ਭਾਈ ਭੈ ਪੀਤ ਸੂਰ। ਔਰ ਇਉਂ ਤੀਰ ਜਿਹੜੇ ਹਨ ਸਤਿਗੁਰਾਂ ਦੇ ਭੱਥੇ ਚੋਂ ਨਿਕਲ ਕਰਕੇ ਛੂਕਦੇ ਹੋਏ ਦੁਸ਼ਮਣ ਨੂੰ ਲੱਗਣ ਲੱਗੇ ਹਨ। ਸ਼ਤਰੂਨ ਬੀਚ ਕਰ ਰੌਰ ਡਾਰ, ਏਤੇ ਉਤਤ ਕਾਹੇ ਔਰ ਤਾ ਤੀਰ ਹਾਰ। ਸਤਿਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦੁਸ਼ਮਣਾਂ ਦੇ ਵਿੱਚ ਹਲਚਲੀ ਮਚਾ ਦਿੱਤੀ ਹੈ ਔਰ ਇਉਂ ਗੜਿਆਂ ਦੀ ਨਿਆਈ ਚੱਲ ਸੋ ਚੱਲ ਜਾਂ ਤੀਰ ਛੱਡਣੇ ਸ਼ੁਰੂ ਕੀਤੇ। ਦੁਸ਼ਮਣ ਇੱਧਰ ਉੱਧਰ ਦੇਖਣ ਲੱਗਿਆ ਤੇ ਉਹਨਾਂ ਦਾ ਧੀਰਜ ਟੁੱਟ ਗਿਆ ਜੀ। ਉਹਨ ਅਪਰ ਤੀਰ ਸਤਿਗੁਰ ਨੇ ਕਾਸ, ਜੈ ਧਰ ਜੇਹ ਜੋਰ ਕਰ ਜੋਰ ਤਾਸ। ਔਰ ਬੜੀ ਤੇਜ਼ੀ ਦੇ ਨਾਲ ਫੇਰ ਭੱਥੇ ਦੇ ਵਿੱਚੋਂ ਸਤਿਗੁਰੂ ਤੀਰ ਕੱਢਦੇ ਹਨ ਔਰ ਕਮਾਨ ਦੇ ਵਿੱਚ ਲਾ ਕੇ ਛੱਡਦੇ ਹਨ। ਚਰਡੰਤ ਚਾਂਪ ਬਰਖੰਤ ਤੀਰ, ਸਰਡੰਤ ਜਾਤ ਬਰਡੰਤ ਵੀਰ। ਇਉਂ ਜਦ ਪਾਤਸ਼ਾਹ ਜੀ ਕਮਾਨ ਨੂੰ ਬੜੇ ਜ਼ੋਰ ਦੇ ਨਾਲ, ਜੋਸ਼ ਦੇ ਨਾਲ ਖਿੱਚਣਾ ਕਰਦੇ ਹਨ ਤੇ ਕਮਾਨ ਦੀ ਫੱਟੀ ਹੈ ਜਿਹੜੀ ਉਹ ਵੀ ਚਿਰੜ ਕਰਦੀ ਹੈ ਤੇ ਤੀਰ ਜਿਹੜੇ ਹਨ ਸੱਪ ਦੀ ਨਿਆਈ ਸਰਣ ਕਰਦੇ ਹੋਏ ਦੁਸ਼ਮਣ ਦੀਆਂ ਫੌਜਾਂ ਦੇ ਵਿੱਚ ਵੱਜਦੇ ਹਨ। ਅਤਿਅੰਤ ਸ਼ਤਰੂ ਹਤਿਅੰਤ ਜੰਗ, ਅਤਿਅੰਤ ਤਰਾਸ ਥਰਥੰਤ ਥਰੰਤ ਅੰਗ। ਔਰ ਗੁਰੂ ਜੀ ਤੱਕ ਕੇ ਬੈਰੀਆਂ ਨੂੰ ਜਿਹੜੇ ਤੀਰ ਛੱਡਦੇ ਹਨ, ਬੈਰੀਆਂ ਦੇ ਜਾ ਕਰਕੇ ਸਰੀਰ ਵਿੱਚ ਜਦ ਖੁੱਭਦੇ ਹਨ ਤੇ ਤੁਰੰਤ ਹੀ ਉਹ ਮਰ ਜਾਂਦੇ ਹਨ। ਇਉਂ ਹੁਣ ਦੁਸ਼ਮਣ ਸਤਿਗੁਰਾਂ ਦੇ ਤੀਰਾਂ ਨੂੰ ਦੇਖ ਕੇ ਕੰਬਣ ਲੱਗਿਆ ਹੈ ਜੀ। ਅਰਿਅੰਤ ਸ਼ੀਗਰ ਨਿਕਸੰਤ ਬਾਨ, ਖਿੱਚਿਅੰਤ ਚਾਂਪ ਲੱਗੇ ਅੰਤ ਕਾਨ। ਉਹ ਦੁਸ਼ਮਣ ਨੂੰ ਅੱਖ ਫਰਕਣ ਦਾ ਸਮਾਂ ਨਹੀਂ ਦਿੰਦੇ ਸਤਿਗੁਰੂ ਪਾਤਸ਼ਾਹ ਜੀ। ਇੱਕ ਤੀਰ ਛੱਡਦੇ ਆ, ਉਹ ਹਜੇ ਪਹੁੰਚਦਾ ਨਹੀਂ, ਦੂਜਾ ਫਿਰ ਕਮਾਨ ਦੇ ਵਿੱਚ ਪਾਇਆ ਹੁੰਦਾ ਹੈ। ਮੁਚ ਕੰਤ ਜਾਤ ਬਰਿਅੰਤ ਧਾਏ, ਗਿਰਿਅੰਤ ਵੀਰ ਬਕਿਅੰਤ ਹਾਏ। ਔਰ ਕੰਨਾਂ ਤੱਕ ਖਿੱਚ ਕੇ ਜਦ ਤੀਰ ਨੂੰ ਛੱਡਦੇ ਹਨ ਤੇ ਜਾ ਕੇ ਜੋਧਿਆਂ ਦੇ ਵੱਜਦਾ ਹੈ ਤਾਂ ਹਾਏ ਹਾਏ ਕਰਦੇ ਡਿੱਗ ਪੈਂਦੇ ਹਨ। ਚਾਰ ਬਾਣ ਤਾ ਦਾਏ ਸੁਹਾਥ, ਵਿੱਚ ਸ਼ਤਰੂ ਨੂੰ ਮਾਰੇ ਕੂਪ ਸਾਥ। ਬੜੇ ਹੀ ਜੋਸ਼ ਦੇ ਨਾਲ, ਰੋਸ਼ ਦੇ ਨਾਲ ਪਾਤਸ਼ਾਹ ਜੀ ਨੇ ਸੱਜੇ ਹੱਥ ਨਾਲ ਚੱਲ ਸੋ ਚੱਲ ਲਗਾਤਾਰ 4 ਤੀਰ ਖਿੱਚ ਕੇ ਛੱਡੇ। ਬੋਨ ਬਾਮ ਹਾਥ ਤੇ ਐਂਚ ਚਾਪ, ਵਿਦਿਆ ਪ੍ਰਵੀਨ ਧਨ ਬਾਣ ਆਪ। ਔਰ ਫਿਰ ਸਤਿਗੁਰਾਂ ਨੇ ਜਿਹੜੀ ਚਾਪ ਭਾਵ ਕਮਾਨ ਹੈ ਉਹ ਸੱਜੇ ਹੱਥ ਵਿੱਚ ਫੜਿਆ ਹੈ
ਤੇ ਖੱਬੇ ਹੱਥ ਨਾਲ ਖਿੱਚ ਖਿੱਚ ਕੇ ਤੀਰ ਛੱਡਣ ਲੱਗੇ। ਸੂਰੇ ਖਤੰਗ ਭਟ ਅੰਗ ਭੰਗ ਮੁਖ ਰਕਤ ਮਨੋ ਰਸ ਬੀਰ ਰੰਗ। ਇਸ ਤਰ੍ਹਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜਿਹੜਾ ਸ਼ਸਤਰਬਾਜੀ ਨੇਜੇਬਾਜੀ ਤੀਰ ਚਲਾਉਣ ਦੀ ਵਿਦਿਆ ਸ਼ਸਤਰ ਚਲਾਉਣ ਦੀ ਵਿਦਿਆ ਹੈ, ਜਦੋਂ ਛੱਡਦੇ ਹਨ ਦੁਸ਼ਮਣਾਂ ਦੇ ਅੰਗਾਂ ਨੂੰ ਭੰਗ ਕਰਦੇ ਜਾਂਦੇ ਹੈ। ਇਹ ਵੀ ਸੁਣਿਆ ਕਿ ਛੇਵੇਂ ਪਾਤਸ਼ਾਹ ਜੀ ਦੇ ਪੋਤਰੇ ਹਨ, ਔਰ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਜਾਂ ਤੀਰ ਚਲਾਉਂਦੇ ਸਨ ਤਾਂ ਉਹਨਾਂ ਦਾ ਇੱਕ ਤੀਰ 3-3 4-4 ਸਿਪਾਹੀਆਂ ਦੇ ਵਿੱਚ ਖੜ ਕੇ ਵੱਜ ਕੇ ਰੁਕਦਾ ਸੀਗਾ, ਇੰਨੇ ਜ਼ੋਰ ਨਾਲ ਚਲਾਉਂਦੇ ਸਨ। ਐਸੇ ਤੀਰ ਮੇਰੇ ਪ੍ਰੀਤਮ 10ਵੇਂ ਪਾਤਸ਼ਾਹ ਜੀ ਦੇ ਹਨ। ਦੁਸ਼ਮਣ ਦੇ ਵਿੱਚ ਤਰਥੱਲੀ ਮਚ ਗਈ ਜੀ। ਕਾਲੇ ਅਰਨ ਸਮੁਖ ਕਰ ਕੈ ਪਿਆਨ ਚਪਲਾਈ ਤੁਰੰਗਮ ਕੋ ਮਹਾਨ। ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਆਪਣੇ ਘੋੜੇ ਨੂੰ ਹਿਲਾ ਕਰਕੇ ਇਧਰ ਉਧਰ ਕਰਕੇ ਦੁਸ਼ਮਣ ਦੇ ਸਾਹਮਣੇ ਕਰਦੇ ਹਨ। ਵੱਡ ਹੀਲ ਘਾਲ ਕਰ ਧੂਮ ਧਾਮ ਪਹੁੰਚੇ ਸਮੀਪ ਨਹਿ ਦੇ ਆਰਾਮ। ਔਰ ਦੁਸ਼ਮਣ ਨੂੰ ਟਿਕਣ ਨਹੀਂ ਦੇ ਰਹੇ ਮੇਰੇ ਪ੍ਰੀਤਮ ਜੀ, ਆਪਣੇ ਘੋੜੇ ਨੂੰ ਖਿੱਚ ਕੇ ਹਿਲਾ ਕਰਕੇ ਕਦੇ ਉਧਰ ਕਰਦੇ ਆ ਕਦੇ ਉਧਰ ਕਰਦੇ ਆ, ਦੁਸ਼ਮਣ ਦੇ ਵਿੱਚ ਭਾਜੜ ਪੈ ਗਈ ਜੀ। ਜੋ ਛੁਰਾਏ ਦਲ ਕੋ ਭਜਾਏ ਕਰ ਬਾਮ ਬਾਨ ਤ੍ਰੈ ਕੋ ਚਲਾਏ। ਇਸ ਤਰ੍ਹਾਂ ਸਤਿਗੁਰਾਂ ਨੇ ਸੱਜੇ ਹੱਥ ਨਾਲ 4 ਤੀਰ ਛੱਡੇ, ਫਿਰ ਖੱਬੇ ਹੱਥ ਨਾਲ ਖਿੱਚ ਕਰਕੇ 3 ਤੀਰ ਜਲ ਛੱਡਣੇ ਕੀਤੇ। ਗੁਰ ਕੀ ਸਹਾਏ ਲੈ ਭੀਮ ਚੰਦ ਵੀਰਨ ਬਿੰਗਾਰ ਧੀਰਜ ਬਿਲੰਦ। ਭੀਮ ਚੰਦ ਨੂੰ ਵੀ ਹੌਸਲਾ ਹੋਇਆ ਸਤਿਗੁਰਾਂ ਦੇ ਇਸ ਤੀਰ ਅੰਦਾਜ਼ੀ ਨੂੰ ਦੇਖ ਕਰਕੇ। ਇਹਨੇ ਆਪਣੇ ਯੋਧਿਆਂ ਨੂੰ ਬੰਗਾਰ ਕੇ ਲਲਕਾਰਾ ਮਾਰ ਕੇ ਸਤਿਗੁਰਾਂ ਦੇ ਮਗਰ ਜਾਣਾ ਕੀਤਾ ਹੈ। ਧੂਰ ਨ ਚਲਾਏ ਮੋਰਨ ਮਨਿੰਦ ਕਹਿ ਮਾਰ ਮਾਰ ਉਮੜੇ ਨਿਰੰਦ। ਕਿਉਂ ਭੀਮ ਚੰਦ ਆਪਣੇ ਘੋੜੇ ਨੂੰ ਸਤਿਗੁਰਾਂ ਦੇ ਮਗਰ ਲੈ ਕੇ ਜਾ ਰਿਹਾ ਹੈ ਮੋਰ ਦੀ ਨਿਆਈ ਚਾਲ ਦੀ ਤਰ੍ਹਾਂ, ਔਰ ਆਪਣੇ ਯੋਧਿਆਂ ਨੂੰ ਕਹਿੰਦਾ ਮਾਰ ਲੋ ਫੜ ਲੋ। ਜੇ ਹੁੱਤੇ ਕਟੋਚ ਕਿਰਪਾਲ ਆਦ ਹਲ ਗਏ ਪਾਏ ਪਾਛੇ ਵਿਵਾਦ। ਜਿਹੜੇ ਕਿਰਪਾਲ ਕਟੌਚੀਏ ਵਰਗੇ ਆਪਣੇ ਕਾਠਗੜ੍ਹ ਚੋਂ ਉਸ ਲੱਕੜਾਂ ਦੇ ਕਿਲੇ ਚੋਂ ਬਾਹਰ ਆ ਕੇ ਭੀਮ ਚੰਦ ਦਾ ਫੌਜ ਦਾ ਨੁਕਸਾਨ ਕਰਨ ਲੱਗੇ ਹੋਏ ਸੀ, ਪਾਤਸ਼ਾਹ ਜੇ ਤੀਰ ਵੱਜਦੇ ਦੇਖ ਕੇ ਮੁੜ ਕੇ ਫਿਰ ਉਹ ਕਾਠਗੜ੍ਹ ਦੇ ਉਸ ਕਿਲੇ ਦੇ ਉਸ ਲੱਕੜਾਂ ਦੇ ਵਾੜੇ ਵਿੱਚ ਚਲੇ ਗਏ ਜੀ। ਭੱਟ ਬਲੀ ਗਇਓ ਮਰ ਪਿਰਹਿ ਕੋਏ ਗੁਰ ਕੋ ਪ੍ਰਤਾਪ ਨਹਿ ਸਹਿ ਸੋਏ। ਇਸ ਤਰ੍ਹਾਂ ਗੁਰੂ ਪਿਆਰਿਓ ਵੱਡੇ ਵੱਡੇ ਜੋਧੇ ਕਿਰਪਾਲ ਚੰਦ ਦੇ ਮਾਰੇ ਜਾਣ ਲੱਗੇ, ਕਿਹੜਾ ਝੱਲੇ ਗੁਰੂ ਦੀ ਝਾਲਾ। ਇਸ ਕਰਕੇ ਗੁਰੂ ਗੋਬਿੰਦ ਸਿੰਘ ਜੀ ਦੀ ਇਹ ਸ਼ਸਤਰਬਾਜੀ ਨੂੰ ਕੌਣ ਰੋਕ ਸਕਦਾ ਹੈ। ਅੱਜ ਖੇਤ ਬਾਰ ਕੀ ਕਰ ਸੰਭਾਰ ਹੱਥ ਸਨੇ ਸਨੇ ਲੜਤੇ ਜੁਝਾਰ। ਇਹੋ ਕਿਰਪਾਲ ਚੰਦ ਕਟੌਚੀਆ ਤੇ ਅਲਪ ਖਾਨ ਪਠਾਨ ਇਹ ਮੁਖੀ ਹਨ, ਫੌਜਾਂ ਨੂੰ ਅੱਗੇ ਲੜਾਉਂਦੇ ਆ, ਜਰਨੈਲ ਪਿੱਛੇ ਹੀ ਰਹਿੰਦੇ ਆ। ਇਹ ਕਹਿਣ ਲੱਗੇ ਉਹ ਡਰਦੇ ਹੋਏ ਹੁਣ ਵਾਪਸ ਉਸ ਬਾੜੇ ਦੇ ਵਿੱਚ ਵੜ ਗਏ ਤੇ ਸਤਿਗੁਰ ਭੀਮ ਚੰਦ ਦੀ ਫੌਜ ਨੂੰ ਕਹਿੰਦੇ ਆ ਕਿ ਅੰਦਰ ਚਲੋ, ਇਹਨਾਂ ਦੇ ਵਾੜੇ ਵਿੱਚ ਹੀ ਵੜੋ। ਹੁਣ ਅਠ ਗੜ ਉਤੰਗ ਥਲ ਗੜ ਜੋਏ ਤਹ ਭਾਜ ਪ੍ਰਵੇਸ਼ੇ ਜਾਏ ਸੋਏ। ਜਦੋਂ ਕਿਰਪਾਲ ਕਟੌਚੀ ਅਲਪ ਖਾਨ ਵਰਗੇ ਜਿੰਨੇ ਕੁ ਵਾੜੇ ਤੋਂ ਬਾਹਰ ਆਏ ਸੀ, ਇਹ ਸਾਰੇ ਭੱਜ ਕੇ ਆਪਣੇ ਵਾੜੇ ਦੇ ਵਿੱਚ ਵੜ ਗਏ ਜੀ। ਕੇਤਕ ਥਿਰੰਤ ਬਾਹਿਰ ਸੁਭਟ ਪਿਖ ਹਿਲੇ ਪਾਏ ਤਿਨ ਕੋ ਦਬਟ। ਔਰ ਜਿਹੜੇ ਕੁਝ ਬਾਹਰ ਰਹਿ ਗਏ ਸਨ ਤੇ ਭੀਮ ਚੰਦ ਵਰਗਿਆਂ ਨੇ ਉਹਨਾਂ ਤੇ ਹਮਲਾ ਕੀਤਾ, ਉਹਨਾਂ ਦੇ ਵਾਸਤੇ ਉਹਨਾਂ ਨੂੰ ਦਬਾਉਣ ਵਾਸਤੇ ਇਹਨਾਂ ਦੇ ਪੈਰ ਹੱਲੇ, ਪਰ ਇਹ ਵੀ ਪਿੱਛੇ ਚਲੇ ਗਏ। ਇੱਕ ਬਾਰ ਕੜਾ ਕੜ ਛੁੱਟ ਤੁਫੰਗ ਗੁਲਕਾਨ ਲਗਤ ਕਰ ਅੰਗ ਭੰਗ। ਇਉਂ ਕਾਰ ਕਾਰ ਕਰਦੀਆਂ ਇਹਨਾਂ ਨੇ ਗੋਲੀਆਂ ਛੱਡੀਆਂ, ਇੱਕਦਮ ਛਲਕ ਛੱਡੀ ਹੈ ਬੰਦੂਕਾਂ ਦੀ। ਬਾਡੇ ਕਿਰਪਾਨ ਕਾਟੇ ਸਰੀਰ ਬਾਡੇ ਉਮੰਗ ਲੱਖ ਜੀਤ ਦੀ ਜੀਤ ਵੀਰ। ਇਸ ਤਰ੍ਹਾਂ ਕਈਆਂ ਦੇ ਗੋਲੀਆਂ ਦੇ ਨਾਲ ਅੰਗ ਭੰਗ ਹੋ ਗਏ, ਫਿਰ ਬੰਦੂਕਾਂ ਛੱਡ ਕੇ ਤਲਵਾਰਾਂ ਫੜ ਲਈਆਂ। ਹੁਣ ਤਲਵਾਰਾਂ ਨਾਲ ਦੁਸ਼ਮਣ ਨੂੰ ਵੱਢਣਾ ਸ਼ੁਰੂ ਕੀਤਾ ਹੈ ਜੀ। ਬਹੁ ਬੱਜਨ ਬਾਜ ਉਤਸ਼ਾਹ ਹੇਤ ਸਭ ਵਧੇ ਅਗਰ ਲੀਏ ਜੁਧ ਖੇਤ। ਇਸ ਤਰ੍ਹਾਂ ਉਧਰ ਜਿਹੜੇ ਨਗਾਰਿਆਂ ਵਾਲੇ ਆ ਉਹ ਨਗਾਰੇ ਵਜਾ ਰਹੇ ਐ। ਨਗਾਰੇ ਵਜਾਉਣ ਦਾ ਮਤਲਬ ਸੂਰਮੇ ਨੂੰ ਜੋਸ਼ ਦੇਣਾ ਹੁੰਦਾ ਹੈ। ਇਸ ਤਰ੍ਹਾਂ ਨਗਾਰੇ ਵੱਜ ਰਹੇ ਹਨ ਉਤਸ਼ਾਹ ਵਧਾਉਣ ਵਾਸਤੇ, ਤੇ ਜੋਧੀ ਅਗਰ ਅੱਗੇ ਵੱਧ ਕੇ ਹੁਣ ਉਹਨਾਂ ਦੇ ਵਾੜੇ ਵੱਲ
ਜਾਣ ਲੱਗੇ। ਉਹ ਭਈ ਲੋਥ ਪੋਥਨ ਕਰਾਲ ਗਨ ਮਾਸ ਖਾਤ ਕੁਕਰ ਸਿੰਗਰਾਲ। ਇਸ ਤਰ੍ਹਾਂ ਗੁਰੂ ਪਿਆਰਿਓ ਹੁਣ ਜੰਗ ਦਾ ਮੈਦਾਨ ਹੈ ਜਿਹੜਾ ਲੱਥ ਪੱਥ ਹੋ ਗਿਆ ਹੈ, ਭਾਵ ਲੋਥਾਂ ਦੇ ਨਾਲ ਭਰ ਗਿਆ ਹੈ, ਲੋਥਾਂ ਦੇ ਲੋਥਾਂ ਚੜ ਗਈਆਂ, ਮੁਰਦਿਆਂ ਦੇ ਢੇਰ ਲੱਗਣ ਲੱਗੇ। ਜੰਗ ਦਾ ਮੈਦਾਨ ਬੜਾ ਭਿਆਨਕ ਹੋ ਗਿਆ ਹੈ ਔਰ ਮਾਸ ਖਾਣ ਵਾਲੇ ਕੁੱਤੇ ਗਿੱਦੜ ਆਦਿ ਬਹੁਤ ਆ ਗਏ। ਗਾਨ ਬ੍ਰਿਧ ਬ੍ਰਿਧ ਭਰਮਤ ਆਕਾਸ਼ ਭਰ ਚੋਂਚ ਮਾਸ ਕੇ ਕਰਤ ਗਰਾਸ। ਔਰ ਗਿਰਜਾਂ ਜਿਹੜੀਆਂ ਹਨ ਆਕਾਸ਼ਾਂ ਦੇ ਵਿੱਚ ਉੜਦੀਆਂ ਫਿਰਦੀਆਂ, ਥੱਲਿਓਂ ਮਾਸ ਚੱਕ ਕੇ ਲੈ ਜਾਂਦੀਆਂ, ਉੱਡ ਜਾਂਦੀਆਂ। ਇਸ ਤਰ੍ਹਾਂ ਬੜਾ ਭਿਆਨਕ ਸੀਨ ਇਹ ਜੰਗ ਦਾ ਬਣ ਚੁੱਕਿਆ ਹੈ। ਨੀਲ ਕੰਕ ਬੰਕ ਯਾਰ ਕਾਕ ਕੂਕ ਕੁਕਰ ਕਰਾਲ ਢਿੱਗ ਟੂਕ ਟੂਕ। ਛੋਟੀਆਂ ਇੱਲਾਂ, ਕਾਂ, ਕੁੱਤੇ, ਗਿੱਦੜ ਆਦਿ ਇਹ ਸਾਰੇ ਲੋਥਾਂ ਨੂੰ ਖਿੱਚੀ ਫਿਰਦੇ ਹਨ। ਬਹੁ ਕਰਤ ਜੋਗਨੀ ਸ਼ਰਾਉਨ ਪਾਨ ਨਾਚੰਤ ਫਿਰਤ ਮੁਖ ਕਰਤ ਗਾਨ। ਮਾਨੋ ਜੋਗਣੀਆਂ ਜਿਹੜੀਆਂ ਖੂਨ ਭਾਲਦੀਆਂ ਹਨ, ਇਹ ਜੰਗ ਦੇ ਮੈਦਾਨ ਵਿੱਚ ਖੂਨ ਪੀਣ ਆ ਗਈਆਂ, ਚੀਕਾਂ ਮਾਰਦੀਆਂ। ਇੱਕ ਪਾਸੇ ਗੋਲੀਆਂ ਅਤੇ ਤੀਰਾਂ ਦੀਆਂ ਆਵਾਜ਼ਾਂ ਆ ਰਹੀਆਂ ਜੀ। ਦੀਨੇ ਤਕਾਏ ਕਰ ਨੇਰ ਨੇਰ ਤਹ ਅਰੇ ਵੀਰ ਲੜ ਫੇਰ ਫੇਰ। ਇਸ ਤਰ੍ਹਾਂ ਭੀਮ ਚੰਦ ਦੀ ਫੌਜ ਦਾ ਜ਼ੋਰ ਪੈ ਗਿਆ ਹੈ। ਸਤਿਗੁਰ ਨੇ ਐਸੀ ਕਿਰਪਾ ਕੀਤੀ ਹੈ ਕਿ ਭੀਮ ਚੰਦ ਦੀ ਫੌਜ ਦਾ ਐਸਾ ਜ਼ੋਰ ਪਿਆ, ਲੜਦਿਆਂ ਲੜਦਿਆਂ ਨੇ ਇਹਨਾਂ ਨੂੰ ਪਿੱਛੇ ਵਾੜੇ ਦੇ ਵਿੱਚ ਧੱਕ ਦਿੱਤਾ ਹੈ ਜੀ। ਚਹੁੰ ਦਿਸ਼ਨ ਵਿਖਾਰੇ ਪਕੇਰ ਕੇਰ ਗੁਲਕਾਨ ਬਾਨ ਹੱਥ ਹੀਰ ਹੀਰ। ਇਹੋ ਚੌਹਾਂ ਹੀ ਦਿਸ਼ਾਵਾਂ ਤੋਂ ਦੁਸ਼ਮਣ ਨੂੰ ਹੁਣ ਘੇਰ ਲਿਆ ਹੈ। ਉਹ ਆਪਣੇ ਬਣਾਏ ਹੋਏ ਜਾਲ ਵਿੱਚ ਆਪੇ ਫਸ ਗਏ। ਜਿਵੇਂ ਮੱਕੜੀ ਜਾਲ ਤਾਂ ਬਣਾਉਂਦੀ ਹੈ ਕਿ ਮੈਂ ਜਾਨਵਰਾਂ ਨੂੰ ਖਾਵਾਂਗੀ, ਪਰ ਐਸਾ ਇੱਕ ਦਿਨ ਸਿਰ ਭਾਰੀ ਹੁੰਦਾ ਹੈ ਤੇ ਇਹਦੇ ਪੈਰ ਜਾਲੇ ਤੋਂ ਨਿਕਲ ਜਾਂਦੇ ਹੈ ਤੇ ਚਾਰੇ ਪੈਰ ਉਹ ਜਾਲ ਦੇ ਵਿੱਚ ਦੀ ਟੱਪ ਜਾਂਦੇ ਹੈ ਤੇ ਉੱਥੇ ਲਮਕ ਕੇ ਮਰ ਜਾਂਦੀ ਹੈ। ਕਿਰਪਾਲ ਕਟੋਚੀਏ ਵਰਗਿਆਂ ਦਾ ਬਣਾਇਆ ਹੋਇਆ ਇਹ ਕਾਠਗੜ੍ਹ ਇਹਨਾਂ ਦੇ ਭਾਰੂ ਪੈ ਗਿਆ ਹੈ। ਹੁਣ ਕਿਧਰੇ ਭੱਜ ਨਹੀਂ ਸਕਦੇ। ਕਿਲੇ ਦੇ ਵਿੱਚ ਇਹਨਾਂ ਨੂੰ ਘੇਰਾ ਪਾਇਆ ਹੈ ਜੀ। ਤੇ ਪ੍ਰਹਾਰ ਪਟ ਦੌਰ ਦੌਰ ਤਰਾਸਾਂ ਉਪਾਏ ਫਿਰ ਠੌਰ ਠੌਰ। ਉਹ ਡਰ ਗਏ ਹਨ ਕਿਰਪਾਲ ਕਟੋਚੀਏ ਵਰਗੇ। ਜਦੋਂ ਭੀਮ ਚੰਦ ਨੇ ਹਮਲਾ ਕਰਕੇ ਇਹਨਾਂ ਨੂੰ ਕਿਲੇ ਦੇ ਵਿੱਚ ਹੀ ਦੱਬ ਲਿਆ, ਇਧਰ ਉਧਰ ਝਾਕਦੇ ਹਨ। ਸ਼ਸਤਰਨ ਪ੍ਰਹਾਰ ਬਹੁ ਮਾਰ ਮਾਰ ਜੇ ਅਰੇ ਸ਼ਤਦ ਤਿੰਨ ਟਾਰ ਟਾਰ। ਇਸ ਤਰ੍ਹਾਂ ਭੀਮ ਚੰਦ ਦੀ ਫੌਜ ਨੇ ਐਸੀ ਤੀਰ ਆਜੀ ਤੇ ਸ਼ਸਤਰ ਚਲਾਏ ਹਨ, ਇਹਨਾਂ ਨੂੰ ਇਕੱਠੇ ਕਰ ਲਿਆ ਵਾੜੇ ਦੇ ਵਿੱਚ ਤੇ ਜਿਹੜਾ ਅੜਦਾ ਉਸ ਨੂੰ ਵੱਢ ਦਿੰਦੇ ਹਨ। ਪ੍ਰਭ ਸਪਤ ਬਾਣ ਤੇ ਜੁਦ ਜੀਤ ਪ੍ਰਵਿਸ਼ਾਏ ਦੀਏ ਵਿੱਚ ਬਾਰ ਕ੍ਰੁੱਧ। ਇਸ ਤਰ੍ਹਾਂ ਸਤਿਗੁਰਾਂ ਨੇ ਸੱਤ ਤੀਰ ਐਸੇ ਛੱਡੇ ਕਿ ਕਿਰਪਾਲ ਕਟੋਚੀਆ ਅਤੇ ਉਹਨਾਂ ਦੀ ਫੌਜ ਹਾਰ ਗਈ ਹੈ। ਬੜੇ ਕ੍ਰੋਧ ਨਾਲ, ਜੋਸ਼ ਦੇ ਨਾਲ ਹੁਣ ਭੀਮ ਚੰਦ ਫੌਜ ਸਮੇਤ ਕਿਲੇ ਦੇ ਵਿੱਚ ਵੜ ਗਿਆ ਹੈ। ਨਹਿ ਥਿਰਿਓ ਗਇਓ ਬਾਹਿਰ ਵਿਸਾਲ ਕਾਠਗੜੇ ਵਿਖੈ ਵੜ ਗਿਓ ਤਾਲ। ਕਿਰਪਾਲ ਚੰਦ ਕਟੌਚੀਏ ਵਰਗਿਆਂ ਤੋਂ ਹੁਣ ਜੰਗ ਦੇ ਮੈਦਾਨ ਦੇ ਵਿੱਚ ਨਹੀਂ ਟਿਕਿਆ ਗਿਆ। ਇਹ ਡਰਦੇ ਹੋਏ ਆਪਣੇ ਕਿਲੇ ਦੇ ਵਿੱਚ ਇਕੱਠੇ ਹੋਣ ਲੱਗੇ। ਵਿੱਚ ਬਰੇ ਬਾਰ ਪਿਖ ਬਾਰ ਬਾਰ ਅਰ ਰਹਿਓ ਯਾਰ ਤਾਰ ਤਾਰ। ਔਰ ਨਾਲੇ ਵੜਦੇ ਬਾੜੇ ਦੇ ਵਿੱਚ ਪਿੱਛੇ ਮੁੜ ਕੇ ਜਾ ਰਹੇ ਹਨ, ਨਾਲੇ ਭੀਮ ਚੰਦ ਦੀ ਫੌਜ ਵੱਲ, ਗੁਰੂ ਸਾਹਿਬ ਦੇ ਵੱਲ ਦੇਖਦੇ ਹੈ। ਇਉਂ ਫੇਰ ਕਾਠ ਦੀ ਕੜੀ ਹੈ ਜਿਹੜੀ ਬਣਾਈ ਇਹਨਾਂ ਨੇ, ਉਹਦੇ ਵਿੱਚ ਜਾ ਇਕੱਠੇ ਹੋਏ। ਇਹਨਾਂ ਤੇ ਫਿਰ ਗੋਲੀਆਂ ਚਲਾਉਣੀਆਂ ਸ਼ੁਰੂ ਕੀਤੀਆਂ ਜੀ। ਤੇ ਤਫੰਗ ਬੁੰਘੇਰ ਬਫੇਰ ਵਿੱਚ ਵਿੱਚ ਥਿਰ ਕਟੌਚੀਆ ਲੀਨ ਘੇਰ। ਇਹੋ ਕਿਲੇ ਦੇ ਵਿੱਚ ਚਾਰ ਸਪੇਰਿਓ ਹੁਣ ਭੀਮ ਚੰਦ ਦੀ ਫੌਜ ਨੇ ਘੇਰਾ ਪਾ ਲਿਆ, ਗੋਲੀਆਂ ਚਲਾਉਣੀਆਂ ਸ਼ੁਰੂ ਕੀਤੀਆਂ। ਹੁਣ ਪਇਓ ਜੁੱਧ ਕ੍ਰੋਧ ਤਕਰਾਰ ਛੁਟਕੰਤ ਬਾਨ ਗੋਰੀ ਹਜ਼ਾਰ। ਇੱਕ ਵਾਰੀ ਫੇਰ ਜੰਗ ਦਾ ਮੈਦਾਨ ਹੁਣ ਉਸ ਕਾਠਗੜ੍ਹ ਦੇ ਉਸ ਕਿਲੇ ਦੇ ਵਿੱਚ ਇਕੱਠਾ ਹੋ ਗਿਆ ਹੈ। ਕਿਲਾ ਕੋਈ ਇੱਟਾਂ ਦਾ ਨਹੀਂ ਸੀ, ਐਮਰਜੈਂਸੀ ਟੈਂਪਰੇਰੀ ਤੁਰੰਤ ਹੀ ਇਹਨਾਂ ਨੇ ਮੋਹੜੇ ਲੱਕੜਾਂ ਇਕੱਠੀਆਂ ਕਰਕੇ ਵਾੜ ਬਣਾ ਲਈ ਸੀ, ਕੰਧ ਜੀ ਬਣਾ ਲਈ ਸੀ। ਇਹਨੂੰ ਕਾਠਗੜ੍ਹ ਕਹਿੰਦੇ ਹਨ, ਲੱਕੜਾਂ ਦਾ ਕਿਲਾ ਟੈਂਪਰੇਰੀ। ਕਹਿੰਦੀ ਉਸ ਕਿਲੇ ਨੇ ਵਿੱਚ ਜਾਦੇ ਵੜ ਗਏ ਤੇ ਭੀਮ ਚੰਦ ਵਰਗਿਆਂ ਨੇ ਫਿਰ ਹਜ਼ਾਰਾਂ ਹੀ ਗੋਲੀਆਂ ਤੇ ਤੀਰ ਅੰਦਰ ਛੱਡਣੇ ਕੀਤੇ। ਸਿਰ ਪਏ ਬੀਚ ਸ਼ਤਰੂਨ ਬਿਲੋਕ ਤਬ ਸੁਭਟ ਆਪਣੇ ਲੀਨ ਰੋਕ। ਜਦੋਂ ਗੁਰੂ ਪਿਆਰਿਓ ਇਹ ਸਾਰੇ ਅੰਦਰ ਘੇਰੇ ਵਿੱਚ ਆ ਗਏ
ਤੇ ਫਿਰ ਭੀਮ ਚੰਦ ਕਹਿੰਦੇ ਇੱਕ ਵਾਰੀ ਰੁਕ ਗਿਆ। ਅਬ ਗਏ ਹਾਰ ਵਿੱਚ ਹੋਏ ਗਾਡ ਨਿਕ ਸਹਿਨ ਵਹੀਰ ਬਹਿਰ ਵੱਡ ਤਰਾਸ ਬਾੜ। ਧੰਨ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਭੀਮ ਚੰਦ ਰੋਕ ਦੇ ਫੌਜ ਨੇ ਇੱਕ ਵਾਰੀ, ਇਹ ਹੁਣ ਸਮਝ ਹਾਰ ਗਏ ਹਨ, ਡਰਦੇ ਹਨ, ਅੰਦਰ ਵੜ ਗਏ ਹਨ, ਹੁਣੇ ਕਿਲੇ ਤੋਂ ਬਾਹਰ ਨਹੀਂ ਆ ਸਕਦੇ। ਹਿਮ ਫਤਿਹ ਲੀਨ ਪ੍ਰਭ ਰਨ ਮਝਾਰ ਦੋਏ ਦਿਸ਼ਨ ਵੀਰ ਲੱਖ ਕੈ ਉਦਾਰ। ਸਤਿਗੁਰੂ ਪਾਤਸ਼ਾਹ ਕਹਿੰਦੇ ਆਪਣੀ ਜਿੱਤ ਹੋ ਗਈ ਹੈ, ਇਹ ਥੱਕ ਗਏ ਹਨ, ਹੁਣ ਲੜਦੇ ਨਹੀਂ, ਇਹ ਪਿੱਛੇ ਹਟ ਗਏ ਹਨ, ਤੇ ਤੁਸੀਂ ਵੀ ਰੁਕ ਜਾਓ। ਸਤਿਗੁਰਾਂ ਨੇ ਦੋਨੇ ਪਾਸਿਆਂ ਦੇ ਯੋਧਿਆਂ ਨੂੰ ਰੋਕ ਦਿੱਤਾ ਹੈ। ਮਹਿਰ ਦੇ ਤਰਾਸ ਜਿਨ ਕੇ ਕਦਾਪ ਰਿਪ ਕੋ ਨਾ ਪਲਾਏ ਹੱਥ ਤੀਰ ਆਪ। ਸਤਿਗੁਰੂ ਪਾਤਸ਼ਾਹ ਜੀ ਜਿੰਨੇ ਕਿਸੇ ਤੋਂ ਡਰਦੇ ਨਹੀਂ, ਤੇ ਇਹ ਵੀ ਸਤਿਗੁਰਾਂ ਦਾ ਹੁਕਮ ਹੈ ਫੌਜਾਂ ਨੂੰ ਕਿ ਭਜਦੇ ਦੇ ਮਗਰ ਭੱਜਣਾ ਨਹੀਂ ਹੈਗਾ ਕਦੇ ਵੀ। ਆਪਾਂ ਜੇ ਦੁਸ਼ਮਣ ਭੱਜ ਲਿਆ ਨਾ ਉਹਦੇ ਮਗਰ ਭੱਜਣਾ ਨਹੀਂ, ਕਿਉਂ ਉਹ ਦੁਸ਼ਮਣ ਦੇ ਅੰਦਰ ਚਾਲ ਵੀ ਹੋ ਸਕਦੀ ਹੈ। ਜਦ ਦੁਸ਼ਮਣ ਭੱਜਦਾ ਪੁੱਠਾ ਤੇ ਜਿਹੜਾ ਦੂਸਰਾ ਦੁਸ਼ਮਣ ਆ ਉਹਦੇ ਮਗਰ ਭੱਜ ਲਵੇ, ਤੇ ਇੱਕਦਮ ਦੂਜਾ ਦੁਸ਼ਮਣ ਭੱਜਦਾ ਹੋਇਆ ਖੜ ਕੇ ਪੈਂਤਰਾ ਬਦਲ ਕੇ ਮਗਰ ਆ ਰਹੇ ਦੁਸ਼ਮਣ ਤੇ ਗੋਲੀਆਂ ਚਲਾ ਕੇ ਮਾਰ ਸਕਦਾ। ਇਹ ਵੀ ਗੁਰੂ ਸਾਹਿਬ ਦੀ ਸਲਾਹ ਹੈ ਕਿ ਕਦੇ ਵੀ ਭੱਜਦੇ ਹੋਏ ਦੁਸ਼ਮਣ ਦੇ ਮਗਰ ਭੱਜ ਕੇ ਨਹੀਂ ਜਾਣਾ। ਪਾਤਸ਼ਾਹ ਜੀ ਨੇ ਇਸੇ ਕਰਕੇ ਭੀਮ ਚੰਦ ਨੂੰ ਰੋਕ ਦਿੱਤਾ ਹੈ ਬਈ ਹੁਣ ਇਹ ਡਰ ਗਏ ਹਨ, ਛੱਡ ਦੇ ਇਹਨਾਂ ਦਾ ਖਿਆਲ, ਹੁਣ ਨਹੀਂ ਲੜਦੇ। ਜਿਮ ਪ੍ਰਥਮ ਪਾਵਟਾ ਜੀਤ ਜੰਗ ਗਨ ਸੈਲਪਤੀ ਕਰ ਤਰਾਸ ਸੰਗ। ਜਿਵੇਂ ਪਹਿਲਾਂ ਪੌਂਟਾ ਸਾਹਿਬ ਦਾ ਜੰਗ ਜਿੱਤਿਆ ਹੈ, ਸਾਰੇ ਪਹਾੜੀਏ ਡਰ ਗਏ ਹਨ ਗੁਰੂ ਸਾਹਿਬ ਤੋਂ। ਅਬ ਤਿਸੀ ਰੀਤ ਇਹ ਜੰਗ ਜੀਤ ਪਾਏ ਗੁਰਬੀਰ ਬਹਾਦਰ ਬਹੁ ਵੱਡਾਏ। ਇਸ ਤਰ੍ਹਾਂ ਉਸੇ ਤਰ੍ਹਾਂ ਹੀ ਅੱਜ ਪਾਤਸ਼ਾਹ ਜੀ ਨੇ ਇਹ ਨਦੌਣ ਦਾ ਜੰਗ ਜਿੱਤ ਲਿਆ ਹੈ, ਔਰ ਦੁਸ਼ਮਣ ਜਿਹੜਾ ਹੈ ਗੁਰੂ ਸਾਹਿਬ ਤੋਂ ਥਰ ਥਰ ਕੰਬਣ ਲੱਗਿਆ। ਸਾਰੇ ਸਿਫਤਾਂ ਕਰਦੇ ਆ, ਮਿੱਤਰ ਵੀ ਤੇ ਦੁਸ਼ਮਣ ਵੀ, ਕਿ ਗੁਰੂ ਸਾਹਿਬ ਜੀ ਦੀ ਜਿਹੜੀ ਹੈ ਸ਼ਾਸਤਰ ਵਿਦਿਆ ਬੜੀ ਕਮਾਲ ਦੀ ਹੈ। ਏਮ ਕਰਤ ਕੀਰਤ ਕੀਰਤੀ ਸੁਭਟ ਬ੍ਰਿੰਦ ਹਟ ਪਰੇ ਸੇਵਰ ਨਿਜ ਕਰ ਆਨੰਦ। ਇਉਂ ਸਤਿਗੁਰਾਂ ਦੇ ਨਾਲ ਭੀਮ ਚੰਦ ਦੀਆਂ ਬਚੀਆਂ ਹੋਈਆਂ ਫੌਜਾਂ ਉਹਦੇ ਨਾਲ ਗੁਰੂ ਸਾਹਿਬ ਦੇ ਮਗਰ ਆ ਗਈਆਂ ਹਨ, ਔਰ ਉਹ ਜਿਹੜੇ ਹਨ ਦੋਨੇ ਦੁਬਕੇ ਹੋਏ ਕਾਠਗੜ੍ਹ ਦੇ ਕਿਲੇ ਦੇ ਵਿੱਚ ਬੈਠੇ ਹਨ। ਸ਼ਤਰੂਨ ਪੁਜਾਏ ਵਿੱਚ ਬਾਰ-ਬਾਰ ਤਬ ਆਨ ਕਰਿਓ ਡੇਰਾ ਸੁਧਾਰ। ਇਉਂ ਦੁਸ਼ਮਣ ਨੂੰ ਭਜਾ ਕੇ ਮਾਰ ਕੇ ਵਾਪਸ ਖੂੰਜੇ ਲਾ ਕੇ ਵਾੜੇ ਕਿਲੇ ਦੇ ਵਿੱਚ, ਤੇ ਸਤਿਗੁਰੂ ਪਾਤਸ਼ਾਹ ਜੀ ਬਚੀਆਂ ਫੌਜਾਂ ਨੂੰ ਲੈ ਕੇ ਥੋੜਾ ਬਾਹਰ ਆਏ ਆ, ਥੋੜੀ ਦੂਰੀ ਤੇ ਇੱਕ ਜਗ੍ਹਾ ਤੇ ਡੇਰਾ ਕਰ ਲਿਆ ਹੈ ਜੀ। ਦੁਪ ਬਜਾਏ ਹਰਖੰਤ ਵੀਰ ਸਭ ਉੱਤਰ ਪਰੇ ਨਿਜਲੇ ਬਹੀਰ। ਇਉਂ ਨਗਾਰੇ ਵਜਾਉਂਦੇ, ਜਿੱਤ ਦੀਆਂ ਚੋਟਾਂ ਲਾਉਂਦੇ ਨਗਾਰਿਆਂ ਤੇ ਸਾਰੇ ਯੋਧੇ ਜਿਹੜੇ ਹਨ ਵਾਪਸ ਗੁਰੂ ਪਿਆਰਿਓ ਉਸ ਆਪਣੇ ਤੰਬੂਆਂ ਦੇ ਵਿੱਚ ਆ ਗਏ ਜਿੱਥੇ ਇਹਨਾਂ ਨੇ ਡੇਰਾ ਕੀਤਾ ਹੈ। ਸਤਿਗੁਰੂ ਸੇਵਰ ਆਪਨ ਲਗਾਏ ਉਤ ਭੀਮ ਚੰਦ ਕੁਛ ਦੂਰ ਜਾਏ। ਸਤਿਗੁਰਾਂ ਨੇ ਆਪਣਾ ਜਿਹੜਾ ਹੈ ਡੇਰਾ ਲਵਾ ਲਿਆ, ਸਿੱਖਾਂ ਨੇ ਡੇਰਾ ਲਾ ਦਿੱਤਾ, ਸਤਿਗੁਰਾਂ ਦੇ ਲਈ ਤੰਬੂ ਲਾ ਦਿੱਤਾ ਹੈ। ਥੋੜੀ ਦੂਰੀ ਤੇ ਭੀਮ ਚੰਦ ਦਾ ਤੰਬੂ ਵੀ ਲੱਗਿਆ ਹੈ ਜੀ। ਡੇਰਾ ਉਤਾਰ ਆਨੰਦ ਧਾਰ ਵਿਸਰਾਮ ਕੀਨ ਨਿਸਤਮ ਗੁਜ਼ਾਰ। ਇਉਂ ਇੱਥੇ ਉਤਰ ਕੇ ਸਾਰਿਆਂ ਨੇ ਹੁਣ ਆਰਾਮ ਕੀਤਾ ਹੈ, ਔਰ ਹਨੇਰਾ ਪੈ ਗਿਆ, ਰਾਤ ਪੈ ਗਈ ਹੈ। ਨਹਿ ਦਿਸੈ ਨਿਕਟ ਤੇ ਜਾਤ ਕੋਈ ਸਭ ਖਾਨ ਪਾਨ ਕਰ ਅਰਧ ਸੋਏ। ਹਨੇਰਾ ਹੋ ਗਿਆ, ਕੋਈ ਆਉਂਦਾ ਜਾਂਦਾ ਕੋਲੋਂ ਲੰਘਦਾ ਵੀ ਦਿਖਾਈ ਨਹੀਂ ਦਿੰਦਾ। ਭੋਜਨ ਪ੍ਰਸ਼ਾਦਾ ਜੋ ਵੀ ਕੋਲ ਸੀਗਾ ਉਹ ਸਭ ਨੇ ਛਕਿਆ ਹੈ ਜੀ। ਤਬੇ ਅਲਫ ਖਾਨ ਕਟੋਚ ਸੰਗ ਮਿਲ ਮੰਤਰ ਕੀਨ ਨਹਿ ਬਨਹਿ ਜੰਗ। ਹੁਣ ਗੁਰੂ ਪਿਆਰਿਓ ਕਟੋਚੀਏ ਨੇ ਤੇ ਅਲਫ ਖਾਨ ਨੇ ਉਸ ਕਾਠਗੜ੍ਹ ਦੇ ਵਿੱਚ ਬੈਠ ਕੇ ਸਲਾਹ ਕੀਤੀ ਹੈ ਬਈ ਆਪਾਂ ਇਹਨਾਂ ਨਾਲ ਜਿੱਤ ਨਹੀਂ ਸਕਦੇ, ਆਪਾਂ ਜੰਗ ਬੰਦ ਕਰ ਲਈਏ ਜੀ। ਅੱਜ ਬਾਹਰ ਚੱਲੋ ਇਸ ਬਾਰ ਆਪ ਮਨ ਮਰ ਵਿਜੜ ਵਾਲੀਆ ਸੁਭਟ ਖਾਪ। ਆਪਣਾ ਜਿਹੜਾ ਸਭ ਤੋਂ ਵਧੀਆ ਜੋਧਾ ਵਿਜੜ ਵਾਲੀਆ ਦਿਆਲ ਸੀ ਉਹ ਮਰ ਗਿਆ, ਖਤਮ ਹੋ ਗਿਆ। ਆਪਾਂ ਜੰਗ ਨੂੰ ਤਿਆਗ ਦਈਏ, ਹੁਣ ਕੋਈ ਆਪਾਂ ਨੂੰ ਦੇਖਦਾ ਨਹੀਂ, ਆਪਾਂ ਬਾੜੇ ਚੋਂ ਬਾਹਰ ਨਿਕਲ ਕੇ ਚਲੇ ਜਾਈਏ। ਗੁਰ ਵੱਡੋ ਵੀਰ ਇਨ ਕੋ ਸਹਾਏ ਹੱਥ ਇੱਕ ਤਫੰਗ ਤੇ ਜੀਤ ਪਾਏ। ਇਹਨਾਂ ਦੇ ਨਾਲ ਗੁਰੂ ਗੋਬਿੰਦ ਸਿੰਘ ਹੈ, ਵੱਡਾ ਯੋਧਾ ਵੀਰ ਸੂਰਮਾ ਹੈ, ਜਿਸ ਨੇ ਇੱਕੋ ਬੰਦੂਕ ਦੇ ਨਿਸ਼ਾਨੇ ਨਾਲ
ਵਿਜਣ ਵਾਲੀਏ ਯੋਧੇ ਨੂੰ ਮਾਰ ਕੇ ਜਿੱਤ ਪ੍ਰਾਪਤ ਕਰ ਲਈ। ਜਬ ਹੋਏ ਪ੍ਰਾਤ ਘਮਸਾਨ ਘੋਰ ਰੇਪ ਪਰ ਹੈ ਆਨ ਚਹੂ ਔਰ ਜੋਰ। ਔਰ ਅਲਪ ਖਾਨ ਕਿਰਪਾਲ ਚੰਦ ਕਟੌਚੀਏ ਨੂੰ ਕਹਿੰਦਾ ਜੇ ਦਿਨ ਚੜੇ ਇਹਨਾਂ ਨੇ ਦੁਬਾਰੇ ਫਿਰ ਹਮਲਾ ਕਰਤਾ ਆਪਾਂ ਤੋਂ ਨਿਕਲਿਆ ਨਹੀਂ ਜਾਣਾ ਇੱਥੋਂ। ਲਾਰ ਮ੍ਰਿਤ ਪਾਏ ਨਿਰਪ ਕੈ ਸੁਭਾਟ ਬਿਨ ਦਇਆਲ ਫਿਰੈ ਤਹਿ ਕੂਦ ਵਟ। ਇਸ ਕਰਕੇ ਦਿਆਲ ਵਿਜਣ ਵਾਲੀਏ ਤੋਂ ਬਗੈਰ ਹੁਣ ਇਹਨਾਂ ਨੂੰ ਦਬਾਉਣ ਵਾਲਾ ਆਪਣੇ ਵਿੱਚ ਕੋਈ ਨਹੀਂ ਹੈਗਾ ਲੜਨ ਵਾਲਾ, ਔਰ ਇਹਨਾਂ ਨੂੰ ਆਪਾਂ ਹੁਣ ਹਰਾ ਨਹੀਂ ਸਕਦੇ। ਗੁਰ ਬਰੇ ਬੀਚ ਕਰ ਰੇਲ ਪੇਲ ਹੋਏ ਖਰੋ ਕੌਣ ਤਿਨ ਹੈਲ ਝੇਲ। ਇਸ ਤਰ੍ਹਾਂ ਜਦੋਂ ਸਤਿਗੁਰ ਜੀ ਇਹ ਜੰਗ ਦੇ ਮੈਦਾਨ ਵਿੱਚ ਵੜ ਗਏ ਨਾ ਤੇ ਸਮਝੋ ਸਭ ਨੇ ਰੇਲ ਪੇਲ ਹੁੰਦਾ ਹੈ, ਭਾਜੜਾਂ ਪੈ ਜਾਣੀਆਂ। ਸਤਿਗੁਰਾਂ ਦੇ ਹੱਲੇ ਨੂੰ ਕੋਈ ਝੱਲ ਨਹੀਂ ਸਕਿਆ। ਨਾਹਕ ਮਰੰਤ ਤਜ ਦੇਹੁ ਜੁਦ ਗੁਰੂ ਬਿਨਾ ਇਨ ਹੋ ਪਰ ਪੁਨਹੁ ਕ੍ਰੋਧ। ਕਹਿਣ ਲੱਗਿਆ ਅਲਫ ਖਾਨ ਕਿਰਪਾਲ ਕਟੌਚੀਏ ਨੂੰ, ਕਹਿੰਦਾ ਹੁਣ ਤਾਂ ਇਹਨਾਂ ਦੇ ਨਾਲ ਗੁਰੂ ਹੈ, ਹੁਣ ਆਪਾਂ ਇਹਨਾਂ ਨੂੰ ਛੱਡ ਕੇ ਚਲੇ ਜਾਈਏ, ਫਿਰ ਜਦੋਂ ਇਕੱਲੇ ਹੋਣਗੇ ਫਿਰ ਇਹਨਾਂ ਦੇ ਨਾਲ ਯੁੱਧ ਕਰ ਲਵਾਂਗੇ। ਕਰ ਮਹਾ ਜੰਗ ਜੀਤੈ ਨਿਸੰਗ ਇੱਕ ਰੰਗ ਸਦਾ ਹਮ ਤੋਹੇ ਸੰਗ। ਔਰ ਫਿਰ ਇਹਨਾਂ ਨੇ ਹੁਣ ਦੋਸਤੀ ਬਣਾ ਲਈ ਆਪਸ ਵਿੱਚ। ਕਹਿਣ ਲੱਗਿਆ ਮੈਂ ਹਮੇਸ਼ਾ ਤੇਰੇ ਨਾਲ ਹਾਂ, ਆਪਾਂ ਫਿਰ ਇਕੱਠੇ ਹੋ ਕੇ ਜੰਗ ਜਿੱਤਾਂਗੇ। ਇਮ ਚਲਤ ਬਾਤ ਸੁਨ ਅਲਫ ਖਾਨ ਮਨ ਜਾਨ ਮਾਨ ਸਨਮਾਨ ਠਾਨ। ਇਹੋ ਦੋਹਾਂ ਨੇ ਸਲਾਹ ਮਸ਼ਵਰਾ ਕੀਤਾ ਹੈ ਤੇ ਅਲਫ ਖਾਨ ਕਹਿਣ ਲੱਗਿਆ ਗੱਲ ਤੇਰੀ ਠੀਕ ਹੈ, ਹੁਣ ਆਪਾਂ ਇੱਥੋਂ ਸਨਮਾਨ ਨਾਲ ਭੱਜ ਚੱਲੀਏ। ਕੀ ਪਨੰਤ ਹਮ ਆਏ ਫੇਦ ਬਹੁ ਦੇ ਡੰਡ ਇਨ ਘੇਰ ਕੇਦ। ਸਹੀ ਗੱਲ ਹੈ ਤੇਰੀ ਕਿਰਪਾਲ, ਮੈਂ ਫੇਰ ਆਉਂਗਾ ਫੌਜ ਲੈ ਕੇ ਔਰ ਇਹਨਾਂ ਨੂੰ ਡੰਡ ਦੇਵਾਂਗਾ ਘੇਰ ਕੇ। ਇਮ ਮੰਤਰ ਠਾਨ ਸਾਵਧਾਨ ਹੋਏ ਬਨ ਸ਼ੀਘਰ ਤਿਆਰ ਇਸ ਰੀਤ ਸੋਏ। ਇਸ ਤਰ੍ਹਾਂ ਗੁਰੂ ਪਿਆਰਿਓ ਇਹਨਾਂ ਨੇ ਸਲਾਹ ਕੀਤੀ ਹੈ ਤੇ ਤੇਜ਼ੀ ਦੇ ਨਾਲ ਇੱਥੋਂ ਜਾਣ ਦੀ ਨਿਕਲ ਕੇ ਜਾਣ ਲਈ ਤਿਆਰ ਹੋ ਗਏ ਜੀ। ਇੱਕ ਨਰ ਬਿਠਾਏ ਉੱਚੇ ਸਥਾਨ ਤਿਸ ਅਗਰ ਧਰਿਓ ਦੁੰਦਪ ਮਹਾਨ। ਔਰ ਇੱਕ ਆਪਣਾ ਸਿਪਾਹੀ ਛੱਡ ਗਏ ਹਨ ਉਸ ਵਾਰਡ ਦੇ ਵਿੱਚ, ਕਾਠਗੜ੍ਹ ਦੇ ਵਿੱਚ, ਔਰ ਉਸ ਨੂੰ ਇੱਕ ਢੋਲ ਜਾਂ ਨਗਾਰਾ ਫੜਾ ਦਿੱਤਾ ਹੈ। ਸਭ ਨਿਸ਼ਾ ਬਜਾਵਤ ਰਹੋ ਇਹੋ ਜਬ ਲਖੈ ਪ੍ਰਾਤ ਉਠ ਤਿਆਗ ਦੇਹੋ। ਕਹਿਣ ਲੱਗੇ ਰਾਤ ਨੂੰ ਤੂੰ ਇੱਥੇ ਨਗਾਰਾ ਵਜਾਈ ਜਾਈ ਤਾਂ ਕਿ ਭੀਮ ਚੰਦ ਦੀ ਫੌਜ ਸਮਝੇ ਕਿ ਅਸੀਂ ਹਜੇ ਇੱਥੇ ਹੀ ਆ। ਜਾਂ ਦਿਨ ਜਾਂ ਚੜ੍ਹਨ ਵਾਲਾ ਹੋਵੇ ਨਾ ਤੂੰ ਵੀ ਨਗਾਰਾ ਛੱਡ ਕੇ ਭੱਜਿਆ ਹੀ। ਚੱਲ ਆਓ ਭਾਜ ਸਮਝਾਏ ਤਾਹੇ ਚੜ ਹਯਨ ਪਿਆਨੇ ਸ਼ੀਘਰ ਮਾਹੇ। ਹਾਂ ਉਹਨੂੰ ਸਮਝਾਉਂਦੇ ਆ ਫਿਰ ਤੂੰ ਘੋੜੇ ਤੇ ਚੜ ਕੇ ਨਾ ਤੇਜ਼ੀ ਨਾਲ ਭਜਾ ਲਿਆਈ ਘੋੜਾ। ਤਸਕਰਨ ਗਤੀ ਸਭ ਆਪਨ ਧਾਰ ਕਰ ਮੌਨ ਵਹਿਰ ਨਿਕਸੇ ਪਧਾਰ। ਇਉਂ ਗੁਰੂ ਪਿਆਰਿਓ ਚੋਰਾਂ ਦੀ ਤਰ੍ਹਾਂ ਕਿਰਪਾਲ ਕਟੌਚੀਆ ਤੇ ਅਲਫ ਖਾਨ ਜੰਗ ਦੇ ਮੈਦਾਨ ਚੋਂ ਹਾਰ ਕੇ ਤੇ ਚੋਰੀਆਂ ਭੱਜ ਲਏ ਜੀ। ਮਹਿ ਲਖੇ ਜਾਤ ਗਮਨੇ ਸੋ ਤਾਮ ਗੁਰੂ ਆਦ ਇਨਹੋ ਸਭ ਕਰ ਆਰਾਮ। ਸਤਿਗੁਰੂ ਪਾਤਸ਼ਾਹ ਤੇ ਭੀਮ ਚੰਦ ਦੀਆਂ ਫੌਜਾਂ ਜਿਹੜੀਆਂ ਆਰਾਮ ਕਰ ਰਹੀਆਂ ਸੀਗੀਆਂ, ਇਹਨਾਂ ਨੂੰ ਜਾਂਦਿਆਂ ਨੂੰ ਕਿਸੇ ਨੇ ਨਹੀਂ ਦੇਖਿਆ। ਇਹ ਕਹਿੰਦੇ ਹਨ ਕੋਈ ਦੇਖੇਗਾ ਨਹੀਂ। ਜਬ ਭਈ ਭੋਰ ਧੁੰਦਪ ਸੁਨੰਤ ਵਿੱਚ ਹੈ ਮਵਾਸ ਸਾਗਰੇ ਪਨੰਤ। ਹੁਣ ਗੁਰੂ ਪਿਆਰਿਓ ਨਗਾਰਾ ਵੱਜਦਾ ਆ ਤੜਕੇ ਸੁਣਿਆ ਇਹਨਾਂ ਨੇ, ਕਹਿੰਦੇ ਯਾਰ ਹਜੇ ਕਿਲੇ ਦੇ ਵਿੱਚ ਕੋਈ ਹੈਗੇ ਨਾ ਆਕੀ ਹੋਏ। ਤਬ ਗਇਓ ਬਜਾਵਨ ਹਾਰ ਭਾਜ ਅਵਰੂਕ ਲੀਨ ਸੁਨੋ ਸਮਾਜ। ਤਾਂ ਗੁਰੂ ਪਿਆਰਿਓ ਜਦ ਇਹ ਵੇਖਣ ਵਾਸਤੇ ਗਏ ਤੇ ਜਿਹੜਾ ਅੰਦਰ ਨਗਾਰਾ ਵਜਾਉਣ ਵਾਲਾ ਸੀ ਉਹ ਵੀ ਨਗਾਰਾ ਛੱਡ ਕੇ ਭੱਜ ਗਿਆ। ਭੀਮ ਚੰਦ ਦੀਆਂ ਫੌਜਾਂ ਵਿੱਚ ਵੜੀਆਂ, ਸਾਰਾ ਕਿਲਾ ਖਾਲੀ ਪਿਆ ਹੈ ਜੀ। ਰਿਪ ਗਏ ਭਾਗ ਤਾਜ ਲਾਜ ਦੀਨ ਗਾਇ ਅਲਫ ਖਾਨ ਖਾ ਖਾਨ ਲੀਨ। ਔਰ ਅਲਫ ਖਾਨ ਪਠਾਨ ਹੈ ਜਿਹੜਾ ਆਪਣਾ ਖਾਨਾ ਖਰਾਬ ਕਰਕੇ ਭਾਵ ਬੇਇੱਜ਼ਤੀ ਕਰਵਾ ਕਰਕੇ ਅੱਧੀ ਰਾਤ ਨੂੰ ਚੋਰੀਆਂ ਇੱਥੋਂ ਨਿਕਲ ਗਿਆ। ਮੈਂ ਚਿਰਕ ਟੋਚੀਆ ਤੀਰ ਧਾਰ ਨਹਿ ਅਰੇ ਮੂਡ ਗੀਦੀ ਗਵਾਰ। ਹੁਣ ਇਹ ਫੌਜੀ ਦੱਸਦੇ ਆ ਵੇਖਣ ਵਾਲੇ, ਕਹਿੰਦੇ ਨਾ ਉੱਥੇ ਅਲਫ ਖਾਨ ਹੈ ਉਹ ਵੀ ਰਾਤ ਨੂੰ ਭੱਜ ਗਿਆ, ਨਾ ਉੱਥੇ ਕਿਰਪਾਲ ਕਟੌਚੀਆ ਹੈ
ਤੇ ਨਾ ਉਹਦੀ ਗਿੱਦੜ ਫੌਜ ਹੈ। ਤਬ ਸਰਬ ਬਾਹਨੀ ਕੇਰ ਵੀਰ ਹੋਏ ਸਨਦ ਬਾਦ ਬੇਗੇ ਬਾਰ ਤੀਰ। ਫਿਰ ਜਿਹੜੇ ਜੋਧੇ ਭੀਮ ਚੰਦ ਦੇ ਕੁਝ ਉਸ ਵਾਰ ਦੇ ਵਿੱਚ ਗਏ ਹਨ। ਸਭ ਹੂਨ ਜਾਏ ਲੀਨੋ ਨਿਹਾਰ ਔਰ ਪੀਰਪੂਰ ਭਾਜੇ ਵਿਚਾਰ। ਸਾਰਿਆਂ ਨੇ ਚੰਗੀ ਤਰ੍ਹਾਂ ਵਾੜੇ ਦੇ ਵਿੱਚ ਵੜ ਕੇ ਦੇਖਿਆ ਕਿ ਹੁਣ ਇੱਥੇ ਉਹਨਾਂ ਦਾ ਕੋਈ ਵੀ ਜਿਉਂਦਾ ਬੰਦਾ ਨਹੀਂ ਬਚਿਆ, ਮੁਰਦੇ ਤਾਂ ਉੱਥੇ ਪਏ ਆ, ਉਹਨਾਂ ਨੂੰ ਛੱਡ ਕੇ ਭੱਜ ਗਏ। ਮਨ ਹਰਖ ਧਾਰ ਕਰ ਜੀਤ ਬਾਤ ਸੁਨ ਭੀਮ ਚੰਦ ਆਨੰਦ ਗਾਤ। ਇਸ ਤਰ੍ਹਾਂ ਮਨ ਵਿੱਚ ਬੜੀ ਖੁਸ਼ੀ ਦੇ ਨਾਲ, ਬੜੇ ਚਾਅ ਦੇ ਨਾਲ ਭੀਮ ਚੰਦ ਵਰਗੇ ਖੁਸ਼ ਹੋ ਗਏ ਵੀ ਅਸੀਂ ਜਿੱਤ ਪ੍ਰਾਪਤ ਕਰ ਲਈ। ਤਬ ਨਿਕਟ ਨਦਾਉਣ ਡੇਰਾ ਸੋਡਾਰ ਨਿਸ਼ਚੰਤ ਹੋਏ ਲਹਿ ਜੀਤ ਸਾਰ। ਔਰ ਗੁਰੂ ਪਿਆਰੋ ਨਦਾਉਣ ਦੇ ਨੇੜੇ ਹੀ ਇਹਨਾਂ ਨੇ ਡੇਰਾ ਲਾ ਕੇ ਜਿਹੜੀ ਜਿੱਤ ਨੂੰ ਪ੍ਰਾਪਤ ਕੀਤਾ ਹੈ। ਸੁੰਦਰ ਤੁਰੰਗ ਸਰਤਾ ਬਿਲੋਕ ਜਲ ਬਿਮਲ ਵਿਪਾਸਾ ਚੱਲ ਅਰੋਕ। ਔਰ ਇਹਦੇ ਨੇੜੇ ਹੀ ਨਦਾਉਣ ਦੇ ਬਿਆਸਾ ਨਦੀ ਵਗਦੀ ਹੈ, ਸੁੰਦਰ ਜਲ ਇਹਦਾ ਹੈ। ਤੇ ਗੁਰੂ ਪਿਆਰੋ ਸਤਿਗੁਰੂ ਪਾਤਸ਼ਾਹ ਜੀ ਇਸ ਨਦੀ ਦੇ ਉੱਪਰ ਟਹਿਲਣਾ ਕਰਦੇ ਹਨ। ਇਸ ਤੀਰ ਧੀਰ ਗੁਰਬਾ ਥਾਨ ਬਰੀਕ ਪਿਖ ਸਿਵਰ ਕੀਨ ਉਤਰੀ ਅਨੀਕ। ਇਸ ਤਰ੍ਹਾਂ ਇਸ ਬਿਆਸਾ ਦੇ ਕਿਨਾਰੇ ਤੇ ਸੁੰਦਰ ਜਿਹਾ ਥਾਂ ਦੇਖ ਕਰਕੇ ਆਪਣੀ ਫੌਜ ਨੂੰ ਪਾਤਸ਼ਾਹ ਜੀ ਨੇ ਉੱਥੇ ਉਤਾਰਨ ਬਖਸ਼ਿਆ, ਰੁਕਣਾ ਕੀਤਾ ਹੈ। ਜਸ ਕਰੈ ਸਕਲ